ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋੜਵੀਆਂ ਖਬਰਾਂ। ਅਮਰੀਕਾ ਲਈ 에ਅਰ ਇੰਡੀਆ ਦੀਆਂ ਸਾਰੀਆਂ ਉਡਾਣਾਂ ਸ਼ੁੱਕਰਵਾਰ ਤੋਂ ਬਹਾਲ। ਕੋਵਿਡ-19 ਕਾਰਨ ਥੱਕ ਚੁੱਕੇ ਅਮਰੀਕੀ, ਪਰ ਫਿਰ ਵੀ ਸਥਿਤੀ ਬਿਹਤਰ। ਵਾਈਡਨ ਦੀ ਵਧੀ ਮੁਸ਼ਕਲ। ਲੋਕਤੰਤਰ ਦੀ ਰੱਖਿਆ ਸੰਬੰਧੀ ਬਿੱਲ ਨੂੰ ਨਹੀਂ ਮਿਲੀ ਬਹੁਮਤ। ਅਮਰੀਕਾ ਕੈਨੇਡਾ ਸਰਹੱਦ ਨੇੜੇ ਬਰਫ਼ਬਾਰੀ 'ਚ ਬੱਚੇ ਸਮੇਤ 4 ਲੋਕਾਂ ਦੀ ਮੌਤ। ਯੂਕਰੇਨ ਦੀ ਸਰਹੱਦ ਵਿੱਚ ਰੂਸੀ ਫੌਜ ਦੇ ਦਖਲ ਹੋਣ ਤੇ ਰੂਸ ਨੂੰ ਤੁਰੰਤ ਮਿਲੇਗਾ ਜਵਾਬ। ਅਮਰੀਕਾ ਕੈਪੀਟਲ ਹਿੰਸਾ ਮਾਮਲੇ ਵਿੱਚ ਟਰੰਪ ਦੀ ਧੀ ਇਵਾਂਕਾ ਕੋਲ ਹੋਵੇਗੀ ਪੁੱਛਗਿੱਛ। ਜ਼ੂਮ ਬੈਠਕ ਵਿੱਚ 900 ਕਰਮਚਾਰੀਆਂ ਨੂੰ ਕੱਢਣ ਵਾਲੇ ਭਾਰਤੀ ਮੂਲ ਦੇ CEO ਨੇ ਮੁੜ ਸੰਭਾਲਿਆ ਅਹੁਦਾ। ਅਮਰੀਕਾ ਨੇ ਚੀਨ ਨਾਲ ਸੰਬੰਧਾਂ ਦੇ ਇਲਜ਼ਾਮ ਵਿੱਚ ਪ੍ਰੋਫੈਸਰ ਖਿਲਾਫ ਮਾਮਲਾ ਲਿਆ ਵਾਪਸ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। 에ਅਰ ਇੰਡੀਆ ਨੇ ਕਿਹਾ ਹੈ ਕਿ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੂੰ ਸੰਚਾਲਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਉਸਨੇ B777 ਜਹਾਜ਼ ਦੇ ਜ਼ਰੀਏ ਭਾਰਤ ਅਤੇ ਅਮਰੀਕਾ ਵਿਚਕਾਰ 6 ਉਡਾਣਾਂ ਨੂੰ ਵੀਰਵਾਰ ਤੋਂ ਬਹਾਲ ਕਰ ਦਿੱਤਾ ਹੈ ਅਤੇ ਸ਼ੁੱਕਰਵਾਰ ਤੋਂ ਸਾਰੀਆਂ ਉਡਾਣਾਂ ਬਹਾਲ ਹੋ ਜਾਣਗੀਆਂ। ਉੱਤਰੀ ਅਮਰੀਕਾ 'ਚ 5G ਇੰਟਰਨੈਟ ਸੇਵਾਵਾਂ ਸ਼ੁਰੂ ਹੋਣ ਕਾਰਨ 에ਅਰ ਇੰਡੀਆ ਨੇ ਬੁੱਧਵਾਰ ਨੂੰ ਭਾਰਤ ਅਮਰੀਕਾ ਵਿਚਕਾਰ 8 ਉਡਾਣਾਂ ਨੂੰ ਰੱਦ ਕਰ ਦਿੱਤਾ ਸੀ, ਕਿਉਂਕਿ 5G ਇੰਟਰਨੈਟ ਦੇ ਰੇਡੀਓ ਅਲਟੀਮੀਟਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਮਰੀਕੀ ਜਹਾਜ਼ ਰਾਣੀ ਰੈਗੂਲੇਟਰੀ ਸੰਘੀ ਜਹਾਜ਼ ਰਾਣੀ ਪ੍ਰਸ਼ਾਸਨ ਨੇ ਵੀਰਵਾਰ ਦੇ ਨਵੇਂ ਨਿਰਦੇਸ਼ ਵਿੱਚ ਕਿਹਾ ਕਿ B777 ਸਮੇਤ ਕੁਝ ਖਾਸ ਤਰ੍ਹਾਂ ਦੇ ਜਹਾਜ਼ਾਂ 'ਚ ਲੱਗੇ ਰੇਡੀਓ ਅਲਟੀਮੀਟਰ 5G ਸੇਵਾਵਾਂ ਨਾਲ ਪ੍ਰਭਾਵਿਤ ਨਹੀਂ ਹੋਣਗੇ। ਇਸ ਤੋਂ ਬਾਅਦ 에ਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਤੋਂ ਦਿੱਲੀ, ਨਿਊਯਾਰਕ, ਦਿੱਲੀ, ਸ਼ਿਕਾਗੋ ਅਤੇ ਦਿੱਲੀ ਸਾਨ ਫਰਾਂਸਿਸਕੋ ਦੀਆਂ ਉਡਾਣਾਂ ਬਹਾਲ ਹੋ ਗਈਆਂ ਨੇ। ਫਸੇ ਹੋਏ ਯਾਤਰੀਆਂ ਨੂੰ ਲਿਆਉਣ ਲਿਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ। ਇਹਨਾਂ 6 ਉਡਾਣਾਂ ਨਾਲ ਬੁੱਧਵਾਰ ਨੂੰ ਬੰਬਈ, ਨਿਊਯਾਰਕ ਅਤੇ ਨਿਊਯਾਰਕ ਬੰਬਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸੀ। ਰੇਡੀਓ ਅਲਟੀਮੀਟਰ ਜਹਾਜ਼ ਤੇ ਜ਼ਮੀਨ ਤੋਂ ਉਚਾਈ ਨੂੰ ਮਾਪਦਾ ਹੈ। ਇਸ ਨਾਲ ਜਹਾਜ਼ ਘੱਟ ਵੇਖਣ ਦੂਰੀ 'ਚ ਉਤਰ ਸਕਦਾ ਹੈ। ਜਿਸ ਫ੍ਰੀਕੁਐਂਸੀ ਬੈਂਡ ਤੇ ਅਲਟੀਮੀਟਰ ਕੰਮ ਕਰਦਾ ਹੈ ਉਹ 5G ਦੀ ਕਾਰਜ ਪ੍ਰਣਾਲੀ ਦੇ ਕਰੀਬ ਹੈ। ਜ਼ਿਕਰਯੋਗ ਹੈ ਕਿ ਵਰਤਮਾਨ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਅਮਰੀਕਨ ਏਅਰਲਾਈਨਜ਼, ਯੂਨਾਈਟਿਡ ਏਅਰਲਾਈਨਜ਼ ਅਤੇ 에ਅਰ ਇੰਡੀਆ ਹੀ ਸਿੱਧੀਆਂ ਉਡਾਣਾਂ ਦਾ ਸੰਚਾਲਨ ਕਰਦੇ ਨੇ। ਅਮਰੀਕਨ ਏਅਰਲਾਈਨਜ਼ ਅਤੇ ਯੂਨਾਈਟਿਡ ਏਅਰਲਾਈਨਜ਼ ਨੇ ਅਜੇ ਤੱਕ ਨਹੀਂ ਦੱਸਿਆ ਕਿ 5G ਸੇਵਾਵਾਂ ਦੇ ਸ਼ੁਰੂ ਹੋਣ ਨਾਲ ਉਨ੍ਹਾਂ ਦੀਆਂ ਉਡਾਣਾਂ ਤੇ ਕਿੰਨਾ ਪ੍ਰਭਾਵ ਪਿਆ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਸੰਨ 2021 'ਚ ਮਿਡ ਰੇਂਜ 5 ਬੈਂਡ ਦੀ ਨਿਲਾਮ ਮੋਬਾਈਲ ਫੋਨ ਕੰਪਨੀਆਂ ਨੂੰ ਦਿੱਤੀ ਗਈ ਸੀ। ਇਹ ਬੈਂਡ 3.7 ਤੋਂ 3.98 ਗੀਗਾਹਰਟਜ਼ ਰੇਂਜ ਨੂੰ ਆਉਂਦੀ ਹੈ। ਇਸ ਨੂੰ C ਬੈਂਡ ਕਿਹਾ ਜਾਂਦਾ ਹੈ। ਸੰਘੀ ਬੈਂਡ ਜਹਾਜ਼ ਰਾਣੀ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਨਵੀਂ 5G ਟੈਕਨੋਲੋਜੀ ਅਲਟੀਮੀਟਰ ਵਰਗੇ ਐਵੀਏਸ਼ਨ ਉਪਕਰਨਾਂ ਦੇ ਕੰਮ 'ਚ ਰੁਕਾਵਟ ਪੈਦਾ ਕਰ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਕਰੋਨਾ ਵਿਸ਼ਵ ਮਹਾਮਾਰੀ ਕਾਰਨ ਅਮਰੀਕਾ ਦੇ ਲੋਕ ਥੱਕ ਚੁੱਕੇ ਨੇ ਅਤੇ ਉਹਨਾਂ ਦਾ ਮਨੋਬਲ ਵੀ ਘਟਿਆ ਹੈ। ਹਾਲਾਂਕਿ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਉਹਨਾਂ ਨੇ ਇਸ ਨਾਲ ਨਜਿੱਠਣ ਲਈ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ। ਬਾਈਡਨ ਨੇ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦਾ ਕਾਰਜਭਾਰ ਸੰਭਾਲਣ ਦੇ 1 ਸਾਲ ਪੂਰਾ ਹੋਣ ਮੌਕੇ ਬੁੱਧਵਾਰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਬਾਈਡਨ ਨੇ ਮੁਦਰਾਸਫੀਤੀ ਤੇ ਵਿਸ਼ਵ ਪੱਧਰੀ ਮਹਾਮਾਰੀ ਨਾਲ ਨਜਿੱਠਣ ਦਾ ਵਾਅਦਾ ਕੀਤਾ ਹੈ ਅਤੇ ਰਿਪਬਲਿਕਨ ਤੇ ਨਵੇਂ ਵਿਚਾਰ ਪੇਸ਼ ਕਰਨ ਦੀ ਬਜਾਏ ਉਹਨਾਂ ਦੇ ਪ੍ਰਸਤਾਵ ਦੇ ਵਿਰੁੱਧ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦਾ ਦੋਸ਼ ਲਗਾਇਆ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਵੋਟਰ ਜ਼ਰੂਰ ਉਹਨਾਂ ਦੇ ਕਾਰਜਕਾਲ ਤੇ ਉਹਨਾਂ ਦੀ ਸੰਕਟਗ੍ਰਸਤ ਪਾਰਟੀ ਦੇ ਹਾਲਾਤ ਸਮਝਣਗੇ। ਉਹਨਾਂ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਬਾਈਡਨ ਨੇ ਯੂਕਰੇਨ ਦੀ ਸਰਹੱਦ ਤੇ 1 ਲੱਖ ਤੋਂ ਵੱਧ ਰੂਸੀ ਫੌਜੀਆਂ ਦੀ ਤਾਇਨਾਤੀ ਅਤੇ ਘੁਸਪੈਠ ਬਾਰੇ ਵੀ ਗੱਲ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਸੋਚਦੇ ਨੇ ਕਿ ਰੂਸ ਹੋਰ ਅੱਗੇ ਜਾ ਸਕਦਾ ਹੈ, ਪਰ ਉਹਨਾਂ ਦਾ ਮੰਨਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੇਕਰ ਨਾਲ ਪੂਰੀ ਤਰ੍ਹਾਂ ਨਾਲ ਜੰਗ ਨਹੀਂ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਪੁਤਿਨ ਦੀ ਫੌਜੀ ਘੁਸਪੈਠ ਦੀ ਰੂਸ ਨੂੰ ਵੱਡੀ ਕੀਮਤ ਚੁਕਾਉਣੀ ਪਏਗੀ। ਬਾਈਡਨ ਨੇ ਕਿਹਾ ਉਹ ਚੀਨ ਅਤੇ ਪੱਛਮ ਦੇ ਵਿਚਕਾਰ ਦੁਨੀਆ 'ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੁਝ ਲੋਕਾਂ ਨੇ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਵੀ ਕੀਤੀ ਹੈ। ਰਿਪਬਲਿਕਨ ਸੈਨੇਟਰ ਬੇਨ ਸਾਸ ਨੇ ਕਿਹਾ ਰਾਸ਼ਟਰਪਤੀ ਬਾਈਡਨ ਨੇ ਇੱਕ ਮਾਮੂਲੀ ਘੁਸਪੈਠ ਵਾਲਾ ਬਿਆਨ ਦੇ ਕੇ ਪੁਤਿਨ ਨੂੰ ਯੂਕਰੇਨ 'ਚ ਘੁਸਪੈਠ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇਨ ਸਾਕੀ ਨੇ ਬਾਅਦ ਵਿੱਚ ਇੱਕ ਬਿਆਨ 'ਚ ਸਪਸ਼ਟ ਕੀਤਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਟੈਂਕਾਂ ਤੇ ਫੌਜੀਆਂ ਦੇ ਬਾਰੇ ਕਿਹਾ ਗਿਆ ਹੈ। ਸਾਕੀ ਨੇ ਕਿਹਾ ਰਾਸ਼ਟਰਪਤੀ ਬਾਈਡਨ ਆਪਣੇ ਲੰਬੇ ਤਜਰਬੇ ਨਾਲ ਇਸ ਗੱਲ ਤੋਂ ਜਾਣੂ ਨੇ ਕਿ ਰੂਸ ਕੋਲ ਸਾਈਬਰ ਹਮਲੇ ਅਤੇ ਅਰਧ ਸੈਨਿਕ ਰਣਨੀਤੀਆਂ ਸਮੇਤ ਕਈ ਹੋਰ ਹਮਲਾਵਰ ਤਰੀਕੇ ਨੇ। ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਰੂਸੀ ਹਮਲੇ ਦੀਆਂ ਉਹਨਾਂ ਕਾਰਵਾਈਆਂ ਨਾਲ ਇੱਕ ਫੈਸਲਾਕੁਨ ਪਰਸਪਰ ਤੇ ਇਕਜੁੱਟ ਢੰਗ ਨਾਲ ਨਜਿੱਠਿਆ ਜਾਏਗਾ।
ਅਮਰੀਕਾ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਮਹੱਤਵਪੂਰਨ ਮੰਨਿਆ ਜਾਣ ਵਾਲਾ ਇੱਕ ਅਹਿਮ ਬਿੱਲ ਬੁੱਧਵਾਰ ਨੂੰ ਉਦੋਂ ਸੈਨੇਟ ਵਿੱਚ VOTING ਤੋਂ ਬਾਅਦ ਬਹੁਮਤ ਹਾਸਲ ਨਾ ਕਰ ਸਕਿਆ ਜਦੋਂ ਦੋ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਵੱਲੋਂ ਸਦਨ ਦੇ ਨਿਯਮਾਂ ਵਿੱਚ ਤਬਦੀਲੀ ਲਈ ਆਪਣੀ ਪਾਰਟੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਬਿੱਲ ਦੇ ਡਿੱਗਣ ਨੂੰ ਰਾਸ਼ਟਰਪਤੀ ਜੋ ਬਾਈਡਨ ਅਤੇ ਉਹਨਾਂ ਦੀ ਡੈਮੋਕ੍ਰੈਟਿਕ ਪਾਰਟੀ ਲਈ ਕਰਾਰੀ ਹਾਰ ਵਜੋਂ ਦੇਖਿਆ ਜਾ ਰਿਹਾ, ਜਿਸ ਦਾ ਕਾਰਜਕਾਲ 1 ਸਾਲ ਪੂਰਾ ਹੋ ਗਿਆ। ਡੈਮੋਕ੍ਰੈਟਿਕ ਪਾਰਟੀ ਐਰੀਜ਼ੋਨਾ ਦੇ ਸੰਸਦ ਮੈਂਬਰ ਕ੍ਰਿਸਟੀਨ ਸਿਨੇਮਾ ਅਤੇ ਪੱਛਮੀ ਮਿਸ਼ੀਗਨ ਦੇ ਸੰਸਦ ਮੈਂਬਰ ਜੋਏ ਮਾਨਚਨ ਨੂੰ ਇਸ ਬਿੱਲ ਬਾਰੇ ਸੈਨੇਟ ਦੇ ਨਿਯਮਾਂ ਨੂੰ ਬਦਲਣ ਲਈ ਮਨਾ ਨਹੀਂ ਸਕੀ ਅਤੇ ਨਾ ਹੀ ਇਸ ਬਿੱਲ ਨੂੰ ਅੱਗੇ ਵਧਾਉਣ ਲਈ ਬਹੁਮਤ ਹਾਸਲ ਕਰ ਸਕੀ ਹੈ। ਵਾਈਡਨ ਨੇ VOTING ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਬਹੁਤ ਨਿਰਾਸ਼ ਹਾਂ। ਦਰਅਸਲ ਡੈਮੋਕ੍ਰੇਟ ਸੰਸਦ ਮੈਂਬਰ ਅਮਰੀਕਾ ਵਿੱਚ ਚੋਣ ਨਿਯਮ 'ਚ ਵੱਡੇ ਸੁਧਾਰ ਲਈ ਕਾਨੂੰਨ ਬਣਾਉਣ ਦੀ ਤਿਆਰੀ ਕਰ ਰਹੇ ਨੇ। ਡੈਮੋਕ੍ਰੇਟਸ ਦਾ ਮੰਨਣਾ ਹੈ ਕਿ VOTING ਨਿਯਮਾਂ ਵਿੱਚ ਬਦਲਾਅ ਕਰਨ ਦੀ ਲੋੜ ਹੈ ਤਾਂ ਜੋ ਕਾਲੇ ਅਤੇ ਹੋਰ ਪਛੜੇ ਵਰਗਾਂ ਨੂੰ ਵੋਟ ਪਾਉਣ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਦੂਜੇ ਪਾਸੇ ਰਿਪਬਲਿਕਨ ਪਾਰਟੀ ਫਰੈਂਚਾਈਜ਼ੀ ਬਿੱਲ ਨੂੰ ਪੱਖਪਾਤੀ ਦੱਸਦਿਆਂ ਇਸ ਦਾ ਵਿਰੋਧ ਕਰ ਰਹੀ ਹੈ। ਪਿਛਲੇ ਸਾਲ 3 ਵਾਰ ਰਿਪਬਲਿਕਨ ਪਾਰਟੀ ਨੇ VOTING ਅਧਿਕਾਰ ਬਿੱਲ ਦਾ ਵਿਰੋਧ ਕੀਤਾ ਸੀ। ਬਿੱਲ ਨੂੰ ਪਾਸ ਕਰਨ ਲਈ ਸੈਨੇਟ ਨੂੰ 60 ਵੋਟਾਂ ਦੀ ਲੋੜ ਸੀ, ਪਰ ਡੈਮੋਕ੍ਰੈਟਿਕ ਪਾਰਟੀ ਸਿਰਫ 51 ਵੋਟਾਂ ਹੀ ਬਣਾ ਸਕੀ ਅਤੇ ਬਹੁਮਤ ਤੋਂ ਘੱਟ ਰਹੀ। ਕੈਨੇਡੀਅਨ ਅਧਿਕਾਰੀਆਂ ਨੂੰ ਪ੍ਰਵਾਸੀਆਂ ਦੁਆਰਾ ਵਰਤੇ ਜਾਣ ਵਾਲੇ ਰਸਤੇ ਵਿੱਚ ਬਰਫੀਲੇ ਤੂਫਾਨ 'ਚ ਇੱਕ ਬੱਚੇ ਸਮੇਤ 4 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜੋ ਅਮਰੀਕੀ ਸਰਹੱਦ ਤੋਂ ਕੁਝ ਮੀਟਰ ਦੀ ਦੂਰੀ ਤੇ ਜੰਮ ਗਈਆਂ ਸਨ। ਕੈਨੇਡੀਅਨ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਬੁੱਧਵਾਰ ਨੂੰ ਤਾਪਮਾਨ -35 ਡਿਗਰੀ ਸੈਲਸੀਅਸ ਸੀ, ਜਦੋਂ ਕਿ ਹਵਾ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰੇ ਬਰਫ਼ਬਾਰੀ ਦੇ ਵਿਚਕਾਰ ਇਹ ਲਾਸ਼ਾਂ ਮਿਲੀਆਂ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਜਾਂਚ ਦੇ ਇਸ ਸ਼ੁਰੂਆਤੀ ਪੜਾਅ ਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਸਾਰਿਆਂ ਦੀ ਮੌਤ ਠੰਡੇ ਮੌਸਮ ਦੇ ਸੰਪਰਕ ਵਿੱਚ ਹੋਣ ਕਾਰਨ ਹੋਈ ਹੈ। 2 ਬਾਲਗਾਂ ਤੇ ਇੱਕ ਬੱਚੇ ਦੀਆਂ ਲਾਸ਼ਾਂ ਕੇਂਦਰੀ ਮੈਨੀਟੋਬਾ ਸੂਬੇ ਦੇ ਐਮਰਸਨ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ਤੇ ਅਮਰੀਕੀ ਸਰਹੱਦ ਤੋਂ ਲਗਭਗ 12 ਮੀਟਰ ਦੀ ਦੂਰੀ ਤੇ ਮਿਲੀਆਂ। ਪੁਲਿਸ ਨੇ ਦੱਸਿਆ ਕਿ ਇੱਕ ਚੌਥੇ ਵਿਅਕਤੀ ਦੀ ਲਾਸ਼, ਜੋ ਕਿ ਇੱਕ ਨੌਜਵਾਨ ਜਾਪਦਾ ਸੀ, ਬਾਅਦ ਵਿੱਚ ਮਿਲੀ ਹੈ। ਦਿਨ ਦੇ ਸ਼ੁਰੂ ਵਿੱਚ US ਵਾਲੇ ਪਾਸੇ ਦੀ ਸਰਹੱਦੀ ਏਜੰਟਾਂ ਨੇ ਉਹਨਾਂ ਲੋਕਾਂ ਦੇ ਇੱਕ ਸਮੂਹ ਨੂੰ ਹਿਰਾਸਤ ਵਿੱਚ ਲਿਆ ਜੋ ਹੁਣੇ-ਹੁਣੇ ਪਾਰ ਹੋਏ ਸਨ ਅਤੇ ਬੱਚਿਆਂ ਦੀਆਂ ਚੀਜ਼ਾਂ ਲਿਜਾ ਰਹੇ ਸਨ, ਪਰ ਉਹਨਾਂ ਦੇ ਆਪਣੇ ਕੋਈ ਬੱਚੇ ਨਹੀਂ ਸਨ। ਇਸ ਕਾਰਨ ਸਰਹੱਦ ਦੇ ਦੋਵੇਂ ਪਾਸੇ ਤਲਾਸ਼ੀ ਮੁਹਿੰਮ ਚਲਾਈ ਗਈ। 4 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪਹਿਲੀ ਲਾਸ਼ ਮਿਲੀ। ਅਮਰੀਕੀ ਨਿਆਂ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਉਸੇ ਰਸਤੇ ਰਾਹੀਂ ਮਨੁੱਖੀ ਤਸਕਰੀ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ। ਵਿਭਾਗ ਨੇ ਕਿਹਾ ਕਿ 47 ਸਾਲਾ ਫਲੋਰੀਡਾ ਮੂਲ ਦਾ ਵਿਅਕਤੀ ਕੈਨੇਡੀਅਨ ਸਰਹੱਦ ਤੋਂ 1 ਮੀਲ ਤੋਂ ਵੀ ਘੱਟ ਦੱਖਣ ਵਿੱਚ 2 ਗੈਰ ਦਸਤਾਵੇਜ਼ੀ ਭਾਰਤੀ ਨਾਗਰਿਕਾਂ ਨਾਲ ਵੈਨ ਚਲਾ ਰਿਹਾ ਸੀ, ਜਿੱਥੋਂ ਪ੍ਰਵਾਸੀਆਂ ਦੇ ਸਮੂਹ ਨੂੰ ਗ੍ਰਿਫਤਾਰ ਕੀਤਾ ਗਿਆ। ਮਰਨ ਵਾਲਿਆਂ ਦੀ ਕੌਮੀਅਤ ਨਹੀਂ ਦਿੱਤੀ ਗਈ ਸੀ। ਹਾਲਾਂਕਿ US ਨਿਆਂ ਵਿਭਾਗ ਨੇ ਕਿਹਾ ਕਿ ਉਹਨਾਂ ਨੂੰ ਉਸੇ ਸਮੂਹ ਦੇ ਵੱਖਰੇ ਮੈਂਬਰ ਹੋਣ ਲਈ ਅਸਥਾਈ ਤੌਰ ਤੇ ਪਛਾਣਿਆ ਗਿਆ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਮੈਨੀਟੋਬਾ ਦੇ ਸਹਾਇਕ ਕਮਿਸ਼ਨਰ ਜੇਨ ਮੈਕਲਾਚੀ ਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਇਹਨਾਂ ਲੋਕਾਂ ਨੂੰ ਪੀੜਤ ਮੰਨਦੀ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਯੂਕਰੇਨ 'ਚ ਕੋਈ ਫੌਜੀ ਬਲ ਭੇਜਦਾ ਹੈ ਤਾਂ ਅਮਰੀਕਾ ਤੇ ਉਸਦੇ ਸਹਿਯੋਗੀਆਂ ਵੱਲੋਂ ਤੁਰੰਤ ਅਤੇ ਸਖਤ ਕਾਰਵਾਈ ਕੀਤੀ ਜਾਏਗੀ। ਬਰਲਿਨ ਬਲਿੰਕਨ ਦੀ ਇਹ ਟਿੱਪਣੀ ਅਮਰੀਕਾ ਅਤੇ ਉਸਦਾ ਨਾਟੋ ਸਹਿਯੋਗੀਆਂ ਦੇ ਸਾਹਮਣੇ ਕਿਸੇ ਵੀ ਭਰਮ ਨੂੰ ਦੂਰ ਕਰਨ ਦੀ ਇੱਕ ਹੋਰ ਕੋਸ਼ਿਸ਼ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੇ ਉਸ ਬਿਆਨ ਦੀ ਕਾਫੀ ਆਲੋਚਨਾ ਹੋਈ ਸੀ, ਜਿਸ ਵਿੱਚ ਉਹਨਾਂ ਨੇ ਰੂਸ ਵੱਲੋਂ ਮਾਮੂਲੀ ਘੁਸਪੈਠ ਲਈ ਉਸਦੇ ਵਿਰੁੱਧ ਹਲਕੀ ਕਾਰਵਾਈ ਦੀ ਗੱਲ ਕਹੀ ਸੀ। ਹੁਣ ਵਿਦੇਸ਼ ਮੰਤਰੀ ਬਲਿੰਕਨ ਦੇ ਇਸ ਬਿਆਨ ਨੂੰ ਨਾਟੋ ਸਹਿਯੋਗੀਆਂ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਬਲਿੰਕਨ ਨੇ ਜਰਮਨੀ ਦੇ ਆਪਣੇ ਹਮਰੁਤਬਾ ਨਾਲ ਸੰਯੁਕਤ ਪ੍ਰੈਸ ਕਾਨਫਰੰਸ ਵਿੱਚ ਕਿਹਾ, ਜੇਕਰ ਰੂਸੀ ਫੌਜ ਯੂਕਰੇਨ ਦੀ ਸਰਹੱਦ 'ਚ ਦਾਖਲ ਹੁੰਦੀ ਹੈ ਅਤੇ ਹਮਲਾਵਰ ਰੁਖ ਅਪਣਾਉਂਦੀ ਹੈ ਤਾਂ ਅਮਰੀਕਾ ਅਤੇ ਸਾਡੇ ਸਹਿਯੋਗੀ ਦੇਸ਼ਾਂ ਵੱਲੋਂ ਉਸ ਦਾ ਤੁਰੰਤ ਅਤੇ ਢੁਕਵਾਂ ਜਵਾਬ ਦਿੱਤਾ ਜਾਏਗਾ। ਬਾਅਦ ਵਿੱਚ ਬਲਿੰਕਨ ਨੇ ਰੂਸ ਤੇ ਦੋਸ਼ ਲਗਾਇਆ ਕਿ ਉਸਨੇ ਯੂਕਰੇਨ ਦੀ ਸਰਹੱਦ ਨੇੜੇ 1 ਲੱਖ ਫੌਜੀ ਮੁਲਾਜ਼ਮਾਂ ਨੂੰ ਜਮ੍ਹਾਂ ਕਰਕੇ ਵਿਸ਼ਵ ਵਿਵਸਥਾ ਦੀ ਨੀਂਹ ਹਿਲਾਉਣ ਦਾ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਰੂਸ ਜੇਕਰ ਯੂਕਰੇਨ ਤੇ ਹਮਲਾ ਕਰਦਾ ਹੈ ਤਾਂ ਉਸ ਨੂੰ ਗੰਭੀਰ ਜਵਾਬ ਦਾ ਸਾਹਮਣਾ ਕਰਨਾ ਹੋਏਗਾ। ਅਮਰੀਕੀ ਸੰਸਦ ਵਿੱਚ ਪਿਛਲੇ ਸਾਲ 6 ਜਨਵਰੀ ਨੂੰ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ਕਰ ਰਹੀ ਹਾਊਸ ਕਮੇਟੀ ਸਾਬਕਾ ਰਾਸ਼ਟਰਪਤੀ ਟਰੰਪ ਦੀ ਧੀ ਇਵਾਂਕਾ ਟਰੰਪ ਕੋਲੋਂ ਵੀ ਪੁੱਛਗਿੱਛ ਕਰੇਗੀ। ਕਮੇਟੀ ਦੇ ਚੇਅਰਮੈਨ ਬੈਨੀ ਥੌਮਪਸਨ ਨੇ ਇਵਾਂਕਾ ਨੂੰ ਇਸ ਬਾਰੇ ਇੱਕ ਪੱਤਰ ਭੇਜਿਆ ਹੈ। ਹਿੰਸਾ ਦੌਰਾਨ ਇਵਾਂਕਾ ਵਾਈਟ ਹਾਊਸ ਦੇ ਸੀਨੀਅਰ ਐਡਵਾਈਜ਼ਰ ਦੇ ਅਹੁਦੇ ਤੇ ਤਾਇਨਾਤ ਸੀ। ਇਸ ਪੱਤਰ ਵਿੱਚ ਕਮੇਟੀ ਨੇ ਕਿਹਾ ਕਿ 6 ਜਨਵਰੀ ਦੀ ਘਟਨਾ ਵਿੱਚ ਉਹਨਾਂ ਦਾ ਕੀ ਰੋਲ ਸੀ, ਇਸ ਨਾਲ ਜੁੜੇ ਨਵੇਂ ਸਬੂਤ ਮਿਲੇ ਹਨ।
ਉਹ ਇਸ ਬਾਰੇ ਇੱਕ ਪੁੱਛਗਿੱਛ ਕਰਨਾ ਚਾਹੁੰਦੇ ਨੇ। ਥਾਮਸਨ ਨੇ ਲਿਖਿਆ ਹੈ ਕਿ ਸਾਡੇ ਪ੍ਰਸ਼ਨ ਕੇਵਲ ਇਸ ਘਟਨਾ ਨਾਲ ਜੁੜੇ ਹੋਣਗੇ। ਕਮੇਟੀ ਨੇ 3 ਜਾਂ 4 ਫਰਵਰੀ ਜਾਂ 7 ਫਰਵਰੀ ਦੇ ਹਫ਼ਤੇ ਦੌਰਾਨ ਬੈਠਕ ਦੀ ਤਾਰੀਖ ਪ੍ਰਸਤਾਵ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦ ਟਰੰਪ ਪਰਿਵਾਰ ਦੇ ਕਿਸੇ ਮੈਂਬਰ ਨੂੰ ਇਸ ਮਾਮਲੇ ਨਾਲ ਜੁੜੀ ਜਾਂਚ ਦੇ ਲਈ ਬੁਲਾਇਆ ਗਿਆ ਹੈ। ਪੈਨਲ ਨੇ ਲੈਟਰ ਵਿੱਚ ਲਿਖਿਆ ਹੈ ਕਿ ਹੋਰ ਗਵਾਹਾਂ ਦੇ ਜ਼ਰੀਏ ਮਿਲੀ ਜਾਣਕਾਰੀ ਨਾਲ ਜੁੜੇ ਸਵਾਲ ਵੀ ਪੁੱਛਣਾ ਚਾਹੁੰਦੇ ਹਨ। ਉਦਾਹਰਨ ਦੇ ਲਈ ਪੈਨਲ ਨੂੰ ਤਤਕਾਲੀ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਕੀਥ ਨੇ ਦੱਸਿਆ ਸੀ ਕਿ 6 ਜਨਵਰੀ ਦੀ ਸਵੇਰ ਜਦ ਟਰੰਪ ਨੇ ਪੈਂਸ ਨਾਲ ਫੋਨ ਤੇ ਗੱਲਬਾਤ ਕੀਤੀ ਸੀ ਤਾਂ ਦੋ ਅਤੇ ਇਵਾਂਕਾ ਦੋਵੇਂ ਉਸ ਕਮਰੇ ਵਿੱਚ ਸੀ। ਕੀਥ ਨੇ ਦੱਸਿਆ ਕਿ ਫੋਨ ਕਾਲ ਤੇ ਟਰੰਪ ਨੇ ਪੈਂਸ ਨੂੰ ਕਿਹਾ ਸੀ ਆਪ ਦੇ ਕੋਲ ਸਖਤ ਫੈਸਲੇ ਲੈਣ ਦੀ ਹਿੰਮਤ ਨਹੀਂ ਹੈ। ਚੋਣਾਂ ਵਿੱਚ ਹਾਰ ਤੈਅ ਹੋਣ ਤੇ ਬਾਅਦ ਵੀ ਟਰੰਪ ਚੋਣਾਂ ਦੇ ਨਤੀਜੇ ਪਲਟਣ ਲਈ ਪੈਂਸ ਤੇ ਦਬਾਅ ਬਣਾ ਰਹੇ ਸੀ। ਕੀਥ ਨੇ ਦੱਸਿਆ ਕਿ ਟਰੰਪ ਨੇ ਪੈਂਸ ਨੂੰ ਕਿਹਾ ਸੀ ਮਾਈਕ ਇਹ ਸਹੀ ਨਹੀਂ ਹੈ, ਆਪ ਇਹ ਕਰ ਸਕਦੇ ਹਨ। ਜੇਕਰ ਆਪ ਅਜਿਹਾ ਨਹੀਂ ਕਰਨਗੇ ਤਾਂ ਮੈਂ ਸਮਝਾਂਗਾ ਕਿ 4 ਸਾਲ ਪਹਿਲਾਂ ਮੈਂ ਗਲਤ ਆਦਮੀ ਚੁਣਿਆ ਸੀ। ਕੀਥ ਨੇ ਪੈਨਲ ਨੂੰ ਇਹ ਵੀ ਦੱਸਿਆ ਕਿ ਕਾਲ ਦੇ ਅੰਤ ਵਿੱਚ ਇਵਾਂਕਾ ਨੇ ਉਹਨਾਂ ਵੱਲ ਰੁਖ ਕੀਤਾ ਅਤੇ ਕਿਹਾ ਕਿ ਮਾਈਨਸ ਪੈਂਕ ਇੱਕ ਚੰਗੇ ਇਨਸਾਨ ਨੇ। ਅਮਰੀਕੀ ਡਿਜੀਟਲ ਕੰਪਨੀ better.com ਦੇ ਭਾਰਤੀ ਮੂਲ ਦੇ CEO ਨੇ ਦਸੰਬਰ 2021 ਵਿੱਚ ਜ਼ੂਮ ਕਾਲ ਦੌਰਾਨ ਅਮਰੀਕਾ ਤੇ ਭਾਰਤ ਵਿੱਚ ਤਾਇਨਾਤ 900 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਅਮਰੀਕਾ ਵਿੱਚ ਹੌਲੀਡੇ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ CEO ਦੁਆਰਾ ਚੁੱਕੇ ਗਏ ਇਸ ਕਦਮ ਦੀ ਕਾਫੀ ਆਲੋਚਨਾ ਹੋਈ ਸੀ, ਲੇਕਿਨ ਹੁਣ ਵਾਪਸ ਆਪਣੇ ਅਹੁਦੇ ਤੇ ਪਰਤ ਰਹੇ ਨੇ। better.com ਦੇ CEO ਵਿਸ਼ਾਲ ਗਰਗ ਨੇ ਪਿਛਲੇ ਸਾਲ ਕ੍ਰਿਸਮਸ ਦੇ ਕੁਝ ਹਫ਼ਤੇ ਪਹਿਲਾਂ ਜ਼ੂਮ ਕਾਲ ਦੌਰਾਨ ਲਗਭਗ 900 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। CEO ਵਿਸ਼ਾਲ ਨੇ ਜ਼ੂਮ ਕਾਲ ਦੌਰਾਨ ਕਰਮਚਾਰੀਆਂ ਨੂੰ ਕਿਹਾ ਸੀ ਕਿ ਜੇਕਰ ਆਪ ਇਸ ਕਾਲ ਨਾਲ ਜੁੜੇ ਹਨ ਤਾਂ ਆਪ ਇਸ ਬਦਕਿਸਮਤ ਗਰੁੱਪ ਦੇ ਮੈਂਬਰ ਨੇ ਜਿਸ ਦੀ ਛਾਂਟੀ ਕੀਤੀ ਜਾ ਰਹੀ ਹੈ। ਆਪਣੀ ਸੇਵਾ ਨੂੰ ਤੁਰੰਤ ਪ੍ਰਭਾਵ ਨਾਲ ਸਮਾਪਤ ਕੀਤਾ ਜਾਂਦਾ ਹੈ। ਹੁਣ ਬਾਜ਼ਾਰ ਬਦਲ ਗਿਆ ਹੈ। 52,500 ਕਰੋੜ ਰੁਪਏ ਦੀ ਕੰਪਨੀ ਨੂੰ ਸੰਕਟ ਤੋਂ ਕੱਢਣ ਦੇ ਲਈ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਦੀ ਕਟੌਤੀ ਦੀ ਜ਼ਰੂਰਤ ਹੈ। ਜਿਸ ਤਰ੍ਹਾਂ ਉਹਨਾਂ ਨੇ ਕੰਪਨੀ ਦੇ 9% ਕਰਮਚਾਰੀਆਂ ਨੂੰ ਸੂਚਿਤ ਕੀਤਾ ਸੀ ਉਹਨਾਂ ਨੂੰ ਕੱਢਿਆ ਜਾ ਰਿਹਾ, ਉਸ ਦੀ ਵਿਆਪਕ ਤੌਰ ਤੇ ਆਲੋਚਨਾ ਹੋਈ ਸੀ। ਬੁੱਧਵਾਰ ਨੂੰ ਕੰਪਨੀ ਦੁਆਰਾ ਇਹ ਐਲਾਨ ਕੀਤਾ ਗਿਆ ਕਿ ਗਰਗ ਆਪਣੇ ਅਹੁਦੇ ਤੇ ਪਰਤ ਰਹੇ ਨੇ। ਘਟਨਾ ਦੇ ਹਫ਼ਤਿਆਂ ਬਾਅਦ ਕੰਪਨੀ ਦੇ ਬੋਰਡ ਨੇ ਇੱਕ ਕਰਮਚਾਰੀ ਮੰਗ ਪੱਤਰ ਵਿੱਚ ਐਲਾਨ ਕੀਤਾ ਸੀ ਕਿ ਗਰਗ ਨੇ ਬਹੁਤ ਹੀ ਖੇਦਜਨਕ ਘਟਨਾਵਾਂ ਤੋਂ ਬਾਅਦ ਛੁੱਟੀ ਲੈ ਲਈ। ਹਾਲਾਂਕਿ ਕੰਪਨੀ ਦੇ ਇਸ ਫੈਸਲੇ ਨਾਲ ਕਰਮਚਾਰੀ ਕਥਿਤ ਤੌਰ ਤੇ ਖੁਸ਼ ਨਹੀਂ ਹਨ। ਉਹਨਾਂ CEO ਦੇ ਰੂਪ ਵਿੱਚ ਅਹੁਦਾ ਛੱਡਣ ਦੇ ਲਈ ਨਹੀਂ ਕਿਹਾ ਗਿਆ। ਅਮਰੀਕਾ ਦੇ ਨਿਆਂ ਵਿਭਾਗ ਨੇ ਵੀਰਵਾਰ ਨੂੰ ਮਸ਼ਹੂਰ ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਪ੍ਰੋਫੈਸਰ ਖਿਲਾਫ ਦਾਇਰ ਕੇਸ ਨੂੰ ਵਾਪਸ ਲੈ ਲਿਆ ਹੈ। ਪਿਛਲੇ ਸਾਲ ਪ੍ਰੋਫੈਸਰ ਗੈਂਗ ਚੇਨ ਤੇ ਚੀਨੀ ਸਰਕਾਰ ਲਈ ਕੀਤੇ ਗਏ ਕੰਮ ਨੂੰ ਲੁਕਾਉਣ ਦਾ ਦੋਸ਼ ਲਗਾਇਆ ਗਿਆ ਸੀ। ਨਿਆਂ ਵਿਭਾਗ ਨੇ ਇਹ ਕਹਿੰਦੇ ਹੋਏ ਕੇਸ ਵਾਪਸ ਲੈ ਲਿਆ ਕਿ ਉਹ ਸੁਣਵਾਈ ਦੌਰਾਨ ਸਬੂਤ ਪੇਸ਼ ਨਹੀਂ ਕਰ ਸਕਿਆ। ਵਿਭਾਗ ਨੇ ਬੋਸਟਨ ਵਿੱਚ ਸੰਘੀ ਅਦਾਲਤ 'ਚ ਇੱਕ ਸੰਖੇਪ ਅਰਜ਼ੀ ਵਿੱਚ ਪ੍ਰੋਫੈਸਰ ਖਿਲਾਫ ਕੇਸ 'ਚ ਆਪਣੇ ਫੈਸਲੇ ਦਾ ਖੁਲਾਸਾ ਕੀਤਾ। ਚੀਨ ਤੇ ਪਿਛਲੇ ਸਾਲ ਚੀਨ ਨਾਲ ਸੰਬੰਧਾਂ ਨੂੰ ਲੁਕਾਉਣ ਦੇ ਨਾਲ-ਨਾਲ ਆਪਣੀ ਨੈਨੋ ਟੈਕਨੋਲੋਜੀ ਖੋਜ ਲਈ ਅਮਰੀਕੀ ਡਾਲਰ ਜਟਾਉਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਉਸਦੇ ਵਕੀਲਾਂ ਦਾ ਕਹਿਣਾ ਹੈ ਕਿ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਉੱਥੇ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਚਲਾਈ ਮੁਹਿੰਮ ਤਹਿਤ ਕੈਨੇਡਾ ਨੇ 200 ਤੋਂ ਵੱਧ ਹੋਰ ਅਫਗਾਨੀ ਰਿਫਿਊਜੀਆਂ ਨੂੰ ਪਨਾਹ ਦੇ ਦਿੱਤੀ ਹੈ। ਨਵੇਂ ਰਿਫਿਊਜੀਆਂ ਨਾਲ ਭਰਿਆ ਜਹਾਜ਼ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਲੈਂਡ ਹੋਇਆ, ਜਿੱਥੇ ਕੈਨੇਡਾ ਸਰਕਾਰ ਵੱਲੋਂ ਇਹਨਾਂ ਦਾ ਸਵਾਗਤ ਕੀਤਾ ਗਿਆ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੌਨ ਫਰੇਜ਼ਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਾਕਿਸਤਾਨ ਤੋਂ ਚਾਰਟਰਡ ਫਲਾਈਟ ਰਾਹੀਂ 18 ਜਨਵਰੀ ਨੂੰ ਵੈਨਕੂਵਰ ਦੇ ਏਅਰਪੋਰਟ ਤੇ 200 ਅਫਗਾਨੀ ਪੁੱਜੇ ਨੇ, ਜਿਨ੍ਹਾਂ ਵਿੱਚੋਂ 161 ਰਿਫਿਊਜੀ ਵੈਨਕੂਵਰ ਨੂੰ ਹੀ ਆਪਣਾ ਰਹਿਣ ਵਸੇਰਾ ਬਣਾਉਣਗੇ, ਜਦਕਿ 48 ਰਿਫਿਊਜੀ ਕੈਨੇਡਾ ਦੇ ਹੋਰਨਾਂ ਇਲਾਕਿਆਂ ਵਿੱਚ ਜਾ ਰਹੇ ਨੇ, ਜਿੱਥੇ ਪਹਿਲਾਂ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰ ਵੀ ਵਸੇ ਹੋਏ ਨੇ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਵਿੱਚ ਡਰੋਨ ਹਮਲਿਆਂ ਦੀ ਸਖਤ ਨਿੰਦਾ ਕਰਦੇ ਹੋਏ ਭਾਰਤ ਨੇ ਨਾਗਰਿਕਾਂ ਤੇ ਬੁਨਿਆਦੀ ਢਾਂਚੇ ਉੱਤੇ ਹੋਏ ਹਮਲਿਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੂੰ ਅੱਤਵਾਦੀਆਂ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਵਿਰੁੱਧ ਸਪਸ਼ਟ ਸੰਦੇਸ਼ ਦੇਣ ਲਈ ਇਕਜੁੱਟ ਹੋਣਾ ਚਾਹੀਦਾ ਹੈ। ਸੁਰੱਖਿਆ ਪਰਿਸ਼ਦ ਵਿੱਚ ਪੱਛਮੀ ਏਸ਼ੀਆਈ ਤੇ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ TS ਤ੍ਰਿਮੂਰਤੀ ਨੇ ਆਬੂ ਧਾਬੀ ਵਿੱਚ ਹਾਲ 'ਚ ਹੋਏ ਅੱਤਵਾਦੀ ਹਮਲਿਆਂ ਦੀ ਸਖਤ ਨਿੰਦਾ ਕੀਤੀ, ਜਿਸ ਵਿੱਚ 2 ਭਾਰਤੀਆਂ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਬੇਕਸੂਰ ਨਾਗਰਿਕਾਂ ਤੇ ਹੋਰ ਬੁਨਿਆਦੀ ਢਾਂਚੇ ਤੇ ਅਜਿਹਾ ਹਮਲਾ
ਪੂਰੀ ਤਰ੍ਹਾਂ ਅਸਵੀਕਾਰ ਕਰਨਯੋਗ ਹੈ। ਇਹ ਅੰਤਰਰਾਸ਼ਟਰੀ ਕਾਨੂੰਨ ਦੀ ਸਪਸ਼ਟ ਉਲੰਘਣਾ ਹੈ। ਇਹ ਸਾਰੇ ਨਿਯਮਾਂ ਦੇ ਵਿਰੁੱਧ ਹੈ। ਤ੍ਰਿਮੂਰਤੀ ਨੇ ਕਿਹਾ ਕਿ ਭਾਰਤ UAE ਦੇ ਨਾਲ ਖੜਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਇਸ ਅੱਤਵਾਦੀ ਹਮਲੇ ਦੀ ਕੌਂਸਲ ਵੱਲੋਂ ਸਪਸ਼ਟ ਨਿੰਦਾ ਲਈ ਆਪਣਾ ਪੂਰਾ ਸਮਰਥਨ ਪ੍ਰਗਟ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਕੌਂਸਲ ਅੱਤਵਾਦੀਆਂ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਵਿਰੁੱਧ ਇੱਕ ਸਪਸ਼ਟ ਸੰਕੇਤ ਭੇਜਣ ਲਈ ਇਕਜੁੱਟ ਹੋਵੇ। ਲੰਘੇ ਮੰਗਲਵਾਰ ਨੂੰ ਅੰਟਾਰੀਓ ਦੇ ਹਾਈਵੇ 401 ਤੇ ਵਾਪਰੇ ਟਰੱਕ ਹਾਦਸੇ ਵਿੱਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦੀ ਮੰਦਭਾਗੀ ਖਬਰ ਆਈ ਹੈ। ਨੌਜਵਾਨ ਟਰੱਕ ਡਰਾਈਵਰ ਦਾ ਨਾਮ ਸ਼ਰਨ ਦੱਸਿਆ ਜਾ ਰਿਹਾ ਹੈ। ਅੰਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਮੁਤਾਬਕ ਅੰਟਾਰੀਓ ਦੇ ਹਾਈਵੇ 401 ਦੇ ਵੇਸਟ ਬਾਉਂਡ ਅਤੇ ਸਾਊਥ ਗਲੈਨਗੈਰੀ ਅੰਟਾਰੀਓ ਵਿਖੇ ਸ਼ਰਨ ਦਾ ਟਰੱਕ ਅੱਗੇ ਜਾ ਰਿਹਾ ਟਰੱਕ ਦੇ ਪਿੱਛੇ ਟਕਰਾ ਗਿਆ, ਜਿਸ ਕਾਰਨ ਸ਼ਰਨ ਦੀ ਮੌਕੇ ਤੇ ਮੌਤ ਹੋ ਗਈ ਹੈ। ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਸੀ। ਇਹ ਹਾਦਸਾ ਸ਼ਾਮ ਦੇ 5 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਵਿੱਚ 3 ਹੋਰ ਟਰੱਕ ਟਰੈਲਰ ਸ਼ਾਮਲ ਸਨ, ਪਰ ਹੋਰ ਕਿਸੇ ਵੀ ਟਰੱਕ ਚਾਲਕ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਟੈਕਸਾਸ ਦੇ ਇੱਕ ਪ੍ਰਾਰਥਨਾ ਸਥਾਨ ਤੇ ਲੋਕਾਂ ਨੂੰ ਬੰਦਕ ਬਣਾਉਣ ਦੀ ਘਟਨਾ ਦੇ ਸੰਬੰਧ ਵਿੱਚ ਬਰਤਾਨੀਆ ਪੁਲਿਸ ਨੇ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਪੁਲਿਸ ਨਾਰਥ ਵੈਸਟ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਨੂੰ ਬਰਮਿੰਗਮ ਸੈਂਟਰਲ ਇੰਗਲੈਂਡ ਤੋਂ ਅਤੇ ਇੱਕ ਹੋਰ ਨੂੰ ਮਾਨਚੈਸਟਰ ਤੋਂ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਪੁੱਛ ਪੜਤਾਲ ਲਈ ਗ੍ਰਿਫਤਾਰ ਕੀਤਾ ਗਿਆ ਤੇ ਹਾਲੇ ਉਹਨਾਂ ਤੇ ਦੋਸ਼ ਨਹੀਂ ਲਗਾਏ ਗਏ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਨਾਗਰਿਕ ਅਕਰਮ ਮਲਿਕ ਨੇ 16 ਜਨਵਰੀ ਨੂੰ ਟੈਕਸਾਸ ਦੇ ਇੱਕ ਪ੍ਰਾਰਥਨਾ ਸਥਾਨ 'ਚ ਦਾਖਲ ਹੋ ਕੇ 4 ਜਾਣਿਆਂ ਨੂੰ ਬੰਦਕ ਬਣਾ ਲਿਆ ਸੀ ਅਤੇ ਬੰਦਕਾਂ ਨੂੰ ਛਡਾਉਣ ਦੀ ਕਾਰਵਾਈ ਦੌਰਾਨ ਅਕਰਮ ਮਾਰਿਆ ਗਿਆ ਸੀ। ਅਕਰਮ ਲਗਭਗ 2 ਹਫ਼ਤੇ ਪਹਿਲਾਂ ਅਮਰੀਕਾ ਗਿਆ ਸੀ। ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਕੌਮਾਂਤਰੀ ਅਟਾਰੀ ਸਰਹੱਦ ਤੇ ਰੀਟਰੀਟ ਸੈਰਾਮਨੀ ਹੁਣ ਸੈਲਾਨੀ ਮੁੜ ਦੇਖ ਸਕਣਗੇ। ਹਾਲਾਂਕਿ ਇਸ ਲਈ ਕੁਝ ਸ਼ਰਤਾਂ ਨੂੰ ਪੂਰਾ ਕਰਨਾ ਹੋਏਗਾ। BSF ਦੇ ਕੁਝ ਨਿਯਮਾਂ ਨਾਲ ਲੋਕਾਂ ਨੂੰ ਰੀਟਰੀਟ ਵੇਖਣ ਦੀ ਆਗਿਆ ਦਿੱਤੀ ਗਈ ਹੈ। ਸਿਰਫ ਉਹੀ ਲੋਕ ਰੀਟਰੀਟ ਦੇਖ ਸਕਣਗੇ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ 2ਵੇਂ ਡੋਜ਼ ਲੱਗ ਚੁੱਕੀਆਂ ਨੇ। BSF ਦੀ ਟੀਮ ਅਟਾਰੀ ਸਰਹੱਦ ਤੇ ਆਉਣ ਵਾਲੇ ਲੋਕਾਂ ਦੇ ਵੈਕਸੀਨ ਸਰਟੀਫਿਕੇਟ ਚੈੱਕ ਕਰੇਗੀ। ਇਸ ਤੋਂ ਬਾਅਦ ਹੀ ਅੰਦਰ ਜਾਣ ਦੀ ਆਗਿਆ ਮਿਲੇਗੀ। ਇਸ ਦੌਰਾਨ ਹਰ ਸੈਲਾਨੀ ਦਾ ਥਰਮੋਸਕੈਨਿਕ ਨਾਲ ਟੈਸਟ ਕੀਤਾ ਜਾਏਗਾ। ਜ਼ਿਕਰਯੋਗ ਹੈ ਕਿ ਇਸ ਬਾਰੇ 5 ਜਨਵਰੀ ਨੂੰ ਕੋਰੋਨਾ ਦਾ ਕਹਿਰ ਵਧਣ ਦੇ ਨਾਲ ਹੀ ਰੀਟਰੀਟ ਸੈਰਾਮਨੀ 'ਚ ਲੋਕਾਂ ਦੇ ਦਾਖਲੇ ਤੇ ਪਾਬੰਦੀ ਲਗਾਈ ਗਈ ਸੀ। ਅਟਾਰੀ ਵਾਹਗਾ ਬਾਰਡਰ ਤੇ ਹਰ ਦਿਨ ਸ਼ਾਮ ਨੂੰ ਰੀਟਰੀਟ ਸੈਰਾਮਨੀ ਹੁੰਦੀ ਹੈ। ਇਸ 'ਚ BSF ਦੇ ਜਵਾਨ ਅਤੇ ਪਾਕਿਸਤਾਨ ਵੱਲੋਂ ਉੱਥੋਂ ਦੇ ਜਵਾਨ ਹਿੱਸਾ ਲੈਂਦੇ ਨੇ। ਇਸ 'ਚ ਵੱਡੀ ਗਿਣਤੀ 'ਚ ਦੋਵੇਂ ਦੇਸ਼ਾਂ ਦੀਆਂ ਦਰਸ਼ਕ ਦੀਰਘਾਵਾਂ 'ਚ ਲੋਕ ਮੌਜੂਦ ਰਹਿੰਦੇ ਨੇ। ਪਰ ਇਸ ਤੋਂ ਪਹਿਲਾਂ 17 ਸਤੰਬਰ ਨੂੰ ਰੀਟਰੀਟ ਸੈਰਾਮਨੀ 'ਚ 300 ਦਰਸ਼ਕਾਂ ਦੀ ਆਗਿਆ ਦਿੱਤੀ ਗਈ ਸੀ। ਉਸ ਸਮੇਂ ਤੋਂ ਦਰਸ਼ਕਾਂ ਦੀ ਇਹ ਹੱਦ ਜਾਰੀ ਸੀ। ਜ਼ਿਕਰਯੋਗ ਹੈ ਕਿ ਭਾਰਤ ਦੇ ਅਟਾਰੀ ਅਤੇ ਪਾਕਿਸਤਾਨ ਦੇ ਵਾਹਗਾ ਬਾਰਡਰ ਤੇ ਹਰ ਦਿਨ ਸ਼ਾਮ ਨੂੰ ਰੀਟਰੀਟ ਸੈਰਾਮਨੀ ਹੁੰਦੀ ਹੈ। ਇਸ 'ਚ BSF ਬਲ ਦੇ ਜਵਾਨ ਅਤੇ ਪਾਕਿਸਤਾਨ ਰੇਂਜਰਸ ਹਿੱਸਾ ਲੈਂਦੇ ਨੇ। ਇਸ ਨੂੰ ਦੇਖਣ ਦੇ ਲਈ ਦੇਸ਼ ਵਿਦੇਸ਼ ਤੋਂ ਲੋਕ ਪਹੁੰਚਦੇ ਨੇ। ਆਮ ਦਿਨਾਂ 'ਚ ਦੋਵੇਂ ਪਾਸਿਓਂ ਦਰਸ਼ਕ ਦੀਰਘ ਫੁੱਲ ਰਹਿੰਦੀ ਹੈ। ਲਹਿੰਦੇ ਪੰਜਾਬ ਦੇ ਲਾਹੌਰ ਵਿਖੇ ਅਨਾਰਕਲੀ ਬਾਜ਼ਾਰ ਇਲਾਕੇ 'ਚ ਸੜਕ ਕਿਨਾਰੇ ਲੱਗੇ ਸਟਾਲ ਤੇ ਧਮਾਕਾ ਹੋਣ ਕਾਰਨ ਇੱਕ ਬੱਚੇ ਸਮੇਤ ਘੱਟੋ-ਘੱਟ 4 ਲੋਕਾਂ ਦੀ ਮੌਤ ਹੋਈ ਹੈ। ਇਸ ਧਮਾਕੇ 'ਚ 28 ਤੋਂ ਵੱਧ ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਜ਼ਖਮੀਆਂ ਨੂੰ ਸਰਕਾਰੀ ਮਿਊ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਹਸਪਤਾਲ ਦੇ ਅਧਿਕਾਰੀਆਂ ਨੇ ਜ਼ਖਮੀਆਂ 'ਚੋਂ 7 ਤੇ 8 ਦੇ ਹਾਲਾਤ ਗੰਭੀਰ ਦੱਸੇ ਨੇ। ਇਸ ਹਮਲੇ ਦੇ ਪਿੱਛੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ। ਕੁਝ ਦਿਨ ਪਹਿਲਾਂ ਪਾਕਿਸਤਾਨ ਫੌਜ ਨੇ ਅਫਗਾਨਿਸਤਾਨ 'ਚ ਦਾਖਲ ਹੋ ਕੇ TTP ਦੇ ਇੱਕ ਚੋਟੀ ਦੇ ਕਮਾਂਡਰ ਖਾਲਿਦ ਬਟਲੀ ਉਰਫ ਮੁਹੰਮਦ ਖੁਰਾਸਾਨੀ ਨੂੰ ਮਾਰ ਦਿੱਤਾ ਸੀ। ਮੌਕੇ ਤੇ ਪਹੁੰਚੇ ਲਾਹੌਰ ਦੇ DIG ਡਾਕਟਰ ਮੁਹੰਮਦ ਆਬਿਦ ਖਾਨ ਨੇ ਦੱਸਿਆ ਕਿ ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਆਸ-ਪਾਸ ਦੀਆਂ ਦੁਕਾਨਾਂ ਤੇ ਇਮਾਰਤਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਮੌਕੇ ਤੇ ਖੜੇ ਕਈ ਮੋਟਰਸਾਈਕਲ ਵੀ ਨੁਕਸਾਨੇ ਗਏ। ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ, ਹਾਲਾਂਕਿ ਅਜੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਧਮਾਕੇ ਕਾਰਨ ਜ਼ਮੀਨ 'ਚ 1.5 ਫੁੱਟ ਡੂੰਘਾ ਟੋਆ ਪੈ ਗਿਆ। ਅਨਾਰਕਲੀ ਬਾਜ਼ਾਰ ਲਾਹੌਰ ਦਾ ਬਹੁਤ ਭੀੜ ਵਾਲਾ ਇਲਾਕਾ ਹੈ ਅਤੇ ਹਰ ਰੋਜ਼ ਲੱਖਾਂ ਲੋਕ ਇੱਥੇ ਖਰੀਦਦਾਰੀ ਕਰਨ ਆਉਂਦੇ ਨੇ। ਕੋਰੋਨਾ ਦੀ ਰਫ਼ਤਾਰ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਵੀ ਇਸ ਦੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਨੇ। ਵੀਰਵਾਰ ਨੂੰ 24 ਘੰਟਿਆਂ ਵਿੱਚ 31 ਲੋਕਾਂ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਵਿੱਚ 160 ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਨੇ। ਇਸ ਤੋਂ ਇਲਾਵਾ ਪੰਜਾਬ ਵਿੱਚ 1224 ਮਰੀਜ਼ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਤੇ ਲਾਈਫ ਸੇਵਿੰਗ ਸਪੋਰਟ ਤੇ ਨੇ। ਇਸ ਤੋਂ ਇਲਾਵਾ ਦਿਨ 'ਚ 8000 ਨਵੇਂ ਕੇਸ ਮਿਲ ਰਹੇ ਨੇ, ਜਿਸ ਨਾਲ ਪੰਜਾਬ ਵਿੱਚ ਕੋਰੋਨਾ ਦਾ ਖਤਰਾ ਡੂੰਘਾ ਹੁੰਦਾ ਜਾ ਰਿਹਾ।
ਵੀਰਵਾਰ ਨੂੰ ਅੰਮ੍ਰਿਤਸਰ ਦੇ ਪਟਿਆਲਾ 'ਚ 7-7 ਲੋਕਾਂ ਦੀ ਕਰੋਨਾ ਨਾਲ ਮੌਤ ਹੋਈ ਹੈ। ਲੁਧਿਆਣਾ 'ਚ 5, ਮੋਹਾਲੀ 'ਚ 4, ਜਲੰਧਰ 'ਚ 3 ਲੋਕਾਂ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਫਾਜ਼ਿਲਕਾ 'ਚ 2 ਅਤੇ ਬਠਿੰਡਾ, ਗੁਰਦਾਸਪੁਰ ਅਤੇ ਸੰਗਰੂਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੰਜਾਬ 'ਚ ਇਸ ਸਮੇਂ 95,000 ਮਰੀਜ਼ ਕਰੋਨਾ ਕਾਰਨ ਵੈਂਟੀਲੇਟਰ ਤੇ ਨੇ। ਇਕੱਲੇ 45 ਮਰੀਜ਼ਾਂ ਨੂੰ ਵੈਂਟੀਲੇਟਰ ਤੇ ਰੱਖਣਾ ਪਿਆ। ਇਸ ਤੋਂ ਇਲਾਵਾ 287 ਮਰੀਜ਼ ICU ਵਿੱਚ ਨੇ। 843 ਮਰੀਜ਼ਾਂ ਨੂੰ ਆਕਸੀਜਨ ਸਪੋਰਟ ਤੇ ਰੱਖਿਆ ਹੋਇਆ ਹੈ। ਕਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵੀ ਸੂਬੇ 'ਚ ਅਚਾਨਕ ਤੇਜ਼ ਹੋ ਗਈ ਹੈ। ਵੀਰਵਾਰ ਨੂੰ 5,932 ਮਰੀਜ਼ ਠੀਕ ਹੋ ਗਏ ਨੇ। ਉੱਥੇ ਹੁਣ ਸੂਬੇ ਵਿੱਚ ਕਰੋਨਾ ਦੇ 47,000 ਐਕਟਿਵ ਕੇਸ ਨੇ। ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਟੈਸਟ ਤੇਜ਼ੀ ਨਾਲ ਵਧੇ ਨੇ। ਵੀਰਵਾਰ ਨੂੰ 46,205 ਸੈਂਪਲ ਲਏ ਗਏ, ਜਦੋਂ ਕਿ 42,583 ਟੈਸਟ ਕੀਤੇ ਗਏ। ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੋ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ, ਉਹਨਾਂ ਨੂੰ ਪੂਰਾ ਕੀਤਾ ਜਾਏਗਾ। ਦੂਸਰੀਆਂ ਪਾਰਟੀਆਂ ਵਾਂਗ ਹਵਾ 'ਚ ਤੀਰ ਨਹੀਂ ਮਾਰੇ ਜਾਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਅਤੇ ਵਿਧਾਨ ਸਭਾ ਹਲਕਾ ਧੂਰੀ ਤੋਂ ਆਪ ਦੇ ਉਮੀਦਵਾਰ ਭਗਵੰਤ ਮਾਨ, ਪੰਜਾਬ ਪ੍ਰਧਾਨ ਅਤੇ ਆਪ ਦੇ ਮੈਂਬਰ ਪਾਰਲੀਮੈਂਟ ਸੰਗਰੂਰ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ। ਉਹਨਾਂ ਨੇ ਕਿਹਾ ਕਿ ਉਹ 2 ਵਾਰ ਮੈਂਬਰ ਪਾਰਲੀਮੈਂਟ ਬਣ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ 'ਚ ਗਏ ਨੇ ਅਤੇ ਉੱਥੇ ਆਪਣੇ ਵੱਲੋਂ ਹਰ ਮਸਲੇ ਨੂੰ ਬੁਲੰਦ ਆਵਾਜ਼ ਨਾਲ ਉਠਾਇਆ ਗਿਆ। ਇਹ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੂੰ ਕਿਸੇ ਮੈਂਬਰ ਪਾਰਲੀਮੈਂਟ ਨਾਲ ਸਿੱਧੀ ਗੱਲਬਾਤ ਕਰਨ ਅਤੇ ਸਵਾਲ ਜਵਾਬ ਕਰਨ ਦਾ ਮੌਕਾ ਮਿਲਿਆ ਹੋਵੇਗਾ, ਜਦਕਿ ਅੱਜ ਤੱਕ ਜਿੱਤੇ ਹੋਏ ਲੀਡਰਾਂ ਵੱਲੋਂ ਲੋਕਾਂ ਨੂੰ ਵਿਸਾਰ ਦਿੱਤਾ ਜਾਂਦਾ ਸੀ। ਭਗਵੰਤ ਮਾਨ ਨੇ ਕਿਹਾ ਕਿ ਜਨਤਾ ਦਾ ਸੇਵਕ ਬਣ ਕੇ ਲੋਕਾਂ 'ਚ ਆਉਣ ਵਾਲੇ ਆਗੂ ਜਿੱਤਣ ਤੋਂ ਬਾਅਦ ਫਿਰ ਰਾਜੇ ਬਣ ਜਾਂਦੇ ਨੇ। ਉਹ 2 ਵਾਰ ਜਿੱਤਣ ਤੋਂ ਬਾਅਦ ਵੀ ਆਮ ਲੋਕਾਂ ਦੇ ਧੀਆਂ ਪੁੱਤਾਂ ਵਾਂਗੂ ਪਬਲਿਕ 'ਚ ਵਿਚਰਦੇ ਨੇ ਅਤੇ ਲੋਕਾਂ ਦੇ ਨਾਲ ਹਰ ਦੁੱਖ ਸੁੱਖ ਵਿੱਚ ਉੱਠਦੇ ਬੈਠਦੇ ਨੇ। ਭਗਵੰਤ ਮਾਨ ਨੇ ਕਿਹਾ ਕਿ ਉਹ ਧੂਰੀ ਤੋਂ ਵਿਧਾਨ ਸਭਾ ਦੀ ਸੀਟ ਲਈ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਅਤੇ ਧੂਰੀ ਦੇ ਲੋਕ ਪੰਜਾਬ ਦਾ ਇਤਿਹਾਸ ਲਿਖਣਗੇ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।